ਅੱਜ ਪੱਗ ਤੂੰ ਸਹੀ ਨਹੀਂ ਬੰਨ੍ਹ ਕੇ ਆਇਆ। ਅੱਛਾ, ਅੱਗੇ ਵਧੀਆ ਹੁੰਦੀ, ਅੱਜ ਠੀਕ ਨਹੀਂ ਹੈਗੀ ਇੰਨੀ। ਕਿੰਨੇ ਮਿੰਟ ਲਾਉਂਦੇ ਨੇ ਇੱਕ ਪੱਗ ਨੂੰ ਬੰਨਣ ਨੂੰ? ਕਿੰਨਾ ਕੁ ਟਾਈਮ ਲੱਗ ਜਾਂਦਾ? ਵੱਟਾਂ ਵਾਲੀ ਪੱਗ ਜਿਹੜੀ ਫਰੀ ਸਟਾਈਲ ਹੁੰਦੀ ਉਹਨੂੰ ਲੱਗਦੇ ਆ 5-6 ਮਿੰਟ, ਅਤੇ ਅੰਮ੍ਰਿਤਸਰੀ ਜਿਹੜੀ ਦਸਤਾਰ ਜਿਹੜੇ ਪੇਚਾਂ ਵਾਲੀ ਉਹ ਹੁੰਦੀ ਹੈ ਆਪਣੇ 10 ਤੋਂ 12 ਮਿੰਟ ਲੱਗ ਜਾਂਦੇ। ਪਟਿਆਲਾ ਸ਼ਾਹੀ ਨੂੰ 8-9 ਮਿੰਟ ਲੱਗਦੇ। ਪਿੱਛੇ ਤਾਂ ਬਹੁਤ ਜ਼ਿਆਦਾ ਘੱਟ ਗਿਆ ਸੀ, ਜਿੱਦਾਂ ਬਹੁਤ ਨੌਜਵਾਨ ਕੇਸ ਕਟਾ ਰਹੇ ਸੀਗੇ ਕਿ ਪੱਗ ਨਹੀਂ ਬੰਨ੍ਹੀ ਜਾਂਦੀ, ਗਰਮੀ ਲੱਗਦੀ ਹੈ, ਕੇਸ ਕਟਾ ਦਿੰਦੇ ਸੀ। ਪਰ ਹੁਣ ਇੱਦਾਂ ਲੱਗਦਾ ਕਿ ਦੁਬਾਰਾ ਨੌਜਵਾਨ ਸ਼ੁਰੂ ਹੋ ਗਏ ਆ ਦਸਤਾਰ ਬੰਨ੍ਹਣੀ। ਕਈ ਵਾਰ ਉਹਨਾਂ ਤੋਂ ਵੀ ਲਾਸਟ ਲੜ ਸੈੱਟ ਨਹੀਂ ਹੁੰਦਾ, ਕਈ ਵਾਰ ਆਵਾਜ਼ ਮਾਰਦੇ ਹੁੰਦੇ ਸੈੱਟ ਕਰਨ 'ਚ। ਅੱਛਾ, ਪਹਿਲਾਂ ਫਾਦਰ ਸਾਹਿਬ ਤੋਂ ਸਿੱਖੀ ਆ ਬਚਪਨ 'ਚ, ਅਤੇ ਅੱਜ ਜਦੋਂ ਫਾਦਰ ਸਾਹਿਬ ਦੀ ਕਿਤੇ ਕੁੰਡੀ ਅੜ ਜਾਂਦੀ, ਪੇਚ ਅੜ ਜਾਂਦਾ, ਫਿਰ ਤੁਸੀਂ ਸਿੱਧਾ ਕਰਦੇ? ਹਾਂਜੀ, ਕਈ ਵਾਰ ਆਵਾਜ਼ ਮਾਰਦੇ ਆ ਕਿ ਲਾਸਟ ਲੜ ਲਾ ਦੇ ਫਟਾਫਟ ਆ ਕੇ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਹੋ। ਮੈਂ ਹਾਂ ਸੁਖਵਿੰਦਰ ਸਿੰਘ। ਕਈ ਵਾਰ ਸਾਡੇ ਹੱਥ ਦੀ ਕਿਸੇ ਚੀਜ਼ ਦੀ ਵਰਗੀ ਉਂਗਲ ਦੇ ਉੱਤੇ ਵੀ ਸੱਟ ਲੱਗ ਜਾਵੇ ਤਾਂ ਅਸੀਂ ਹਿੰਮਤ ਹਾਰ ਜਾਂਦੇ ਹਾਂ, ਤਾਂ ਕਈ ਵਾਰ ਅਜਿਹਾ ਮਨ ਬਣਾ ਲੈਂਦੇ ਹਾਂ ਵੀ ਅੱਜ ਦਸਤਾਰ ਨਹੀਂ ਸਜਾਉਣੀ ਕਿਉਂਕਿ ਮੇਰੇ ਹੱਥ 'ਤੇ ਸੱਟ ਲੱਗੀ ਹੈ, ਮੈਂ ਦਫ਼ਤਰ ਨਹੀਂ ਜਾਵਾਂਗਾ, ਜਾਂ ਮੈਂ ਕਿਸੇ ਫੰਕਸ਼ਨ ਦੇ ਉੱਤੇ ਇਸ ਕਰਕੇ ਨਹੀਂ ਜਾਵਾਂਗਾ ਕਿਉਂਕਿ ਮੈਂ ਅੱਜ ਪੱਗ ਨਹੀਂ ਬੰਨ੍ਹ ਪਾ ਰਿਹਾ। ਪਰ ਅੱਜ ਜਿਸ ਨੌਜਵਾਨ ਦੇ ਨਾਲ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਿਹਾ, ਬੇਸ਼ੱਕ ਪਰਮਾਤਮਾ ਨੇ ਉਸ ਦਾ ਇੱਕ ਹੱਥ ਰੱਖ ਲਿਆ, ਪਰ ਉਹ ਇੱਕ ਹੱਥ ਦੇ ਨਾਲ ਅਜਿਹੀ ਕਲਾ ਦੇ ਦਿੱਤੀ ਕਿ ਅੱਜ ਜਦੋਂ ਉਹ ਦਸਤਾਰ ਸਜਾਉਂਦਾ ਹੈ ਤਾਂ ਲੋਕ ਖੜ ਖੜ ਕੇ ਉਸਦੇ ਪੱਗ ਦੇ ਪੇਚ ਗਿਣਦੇ ਨੇ। ਸਾਡੇ ਨਾਲ ਗੁਰਸ਼ਾਨ ਸਿੰਘ ਹੈ, 10ਵੀਂ ਕਲਾਸ ਪੜ੍ਹਦਾ ਹੈ। ਗੱਲਬਾਤ ਕਰਦੇ ਹਾਂ। ਥੋੜ੍ਹਾ ਜਿਹਾ ਮੈਂ ਇੱਕ ਵਾਰ ਦਰਸ਼ਕਾਂ ਨੂੰ ਤਸਵੀਰ ਦਿਖਾਉਣੀ ਚਾਹੂੰਗਾ ਕਿ ਗੁਰਸ਼ਾਨ ਦਾ ਇੱਕ ਹੱਥ ਨਹੀਂ ਹੈ, ਇੱਕ ਹੱਥ ਬਿਲਕੁਲ ਤੰਦਰੁਸਤ ਹੈ। ਤਾਂ ਇੱਕ ਹੱਥ ਦੇ ਨਾਲ ਤੁਸੀਂ ਇਸ ਦਸਤਾਰ ਨੂੰ, ਸਜੀ ਹੋਈ ਦਸਤਾਰ ਨੂੰ, ਵੱਟਾਂ ਵਾਲੀ ਪੱਗ ਬੰਨ੍ਹੀ ਹੈ, ਔਰ ਅੰਦਾਜ਼ਾ ਲਗਾ ਸਕਦੇ ਹੋ ਵੀ ਪਰਮਾਤਮਾ ਨੇ ਇਸ ਹੱਥ ਦੇ ਵਿੱਚ ਕਿੰਨੀ ਕਲਾ ਅਤੇ ਕਿੰਨੀ ਪਾਵਰ ਦੇ ਦਿੱਤੀ ਹੈ ਕਿ ਅੱਜ ਦਸਤਾਰ ਦੇ ਨਾਲ ਗੁਰਸ਼ਾਨ ਨੂੰ ਬਹੁਤ ਮਾਣ ਵੀ ਮਹਿਸੂਸ ਹੁੰਦਾ ਹੈ। ਔਰ ਨੌਜਵਾਨਾਂ ਦੇ ਦਸਤਾਰ ਸਜਾ ਕੇ ਉਹ ਦਸਤਾਰ ਨੂੰ ਕਹਿ ਲਈਏ ਜਾਂ ਸਿੱਖੀ ਨੂੰ ਕਹਿ ਲਈਏ ਪ੍ਰਚਾਰ ਵੀ ਕਰ ਰਿਹਾ। ਗੁਰਸ਼ਾਨ, ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹੂੰਗਾ ਕਿਹੜੀ ਕਲਾਸ 'ਚ ਪੜ੍ਹਦੇ ਹੋ, ਕਿੱਥੇ ਪੜ੍ਹਦੇ ਹੋ? ਮੈਂ 10ਵੀਂ ਕਲਾਸ 'ਚ ਪੜ੍ਹਦਾ ਅਤੇ ਮੇਰਾ ਸਕੂਲ ਡਿਪਸੁਰਾ ਨੂੰ ਸੀ। ਅੱਛਾ, ਪੱਗਾਂ ਕਿੰਨੇ ਸਟਾਈਲ ਦੀਆਂ ਬੰਨ੍ਹ ਲੈਂਦੇ ਹੋ? ਮੈਂ ਪੱਗਾਂ ਪਟਿਆਲਾ ਸ਼ਾਹੀ, ਵੱਟਾਂ ਵਾਲੀ, ਅੰਮ੍ਰਿਤਸਰੀ, ਮੋਰਨੀ। ਮਤਲਬ ਕੋਈ ਵੀ ਕਿਸੇ ਵੀ ਤਰੀਕੇ ਦੀ ਦਸਤਾਰ ਸਜਾਉਣੀ ਹੋਵੇ ਤਾਂ ਸਜਾ ਲਓਗੇ? ਹਾਂਜੀ ਹਾਂਜੀ। ਅੱਛਾ, ਹੱਥ ਦੇ ਬਾਰੇ ਦੱਸ ਸਕਦੇ ਹੋ ਵੀ ਇੱਕ ਹੱਥ ਨਾਲ ਕਿਵੇਂ ਇਹ ਸਿੱਖੀ ਦਸਤਾਰ ਸਜਾਉਣੀ? ਕਿਉਂਕਿ ਮੈਨੂੰ ਲੱਗਦਾ ਨਹੀਂ ਵੀ ਦੋਵਾਂ ਹੱਥਾਂ ਵਾਲਾ ਬੰਦਾ ਵੀ ਇੰਨੀ ਸੋਹਣੀ ਦਸਤਾਰ ਤੁਹਾਡੇ ਵਾਂਗ ਸਜਾ ਸਕੇ। ਸਟਾਰਟਿੰਗ ਤਾਂ ਇੱਦਾਂ ਜਿੱਦਾਂ ਮੇਰੇ ਫਾਦਰ ਸਾਹਿਬ ਜਿੱਦਾਂ ਬੰਨ੍ਹਦੇ ਹੁੰਦੇ ਸੀ, ਮੈਂ ਉਹਨਾਂ ਵੱਲ ਦੇਖ ਦੇਖ ਕੇ ਜਿੱਦਾਂ ਪ੍ਰੈਕਟਿਸ ਕੀਤੀ, ਫਿਰ ਕੰਪੀਟੀਸ਼ਨ 'ਤੇ ਜਾਣਾ ਸ਼ੁਰੂ ਕੀਤਾ, ਫਿਰ ਉੱਥੋਂ ਦੇਖ ਦੇਖ ਕੇ ਹੋਰ ਪ੍ਰੈਕਟਿਸ ਹੋ ਗਈ ਜੀ। ਫਿਰ ਆ ਕੇ ਪ੍ਰੈਕਟਿਸ ਕਰਦਾ ਸੀ ਅਤੇ ਉਸ ਤੋਂ ਬਾਅਦ ਵਧੀਆ ਬਣਨੀ ਸ਼ੁਰੂ ਹੋ ਗਈ ਸੀ। ਹਾਲਾਂਕਿ ਆਪਾਂ ਨਾਲ ਦੀ ਨਾਲ ਤਸਵੀਰਾਂ ਵੀ ਦੇਖ ਰਹੇ ਹਾਂ, ਤੁਸੀਂ ਕਿਵੇਂ ਇੱਕ ਹੱਥ ਦੇ ਨਾਲ ਪੂਣੀ ਵੀ ਕਰ ਲੈਂਦੇ ਹੋ, ਦਸਤਾਰ ਦੇ ਲੜ ਵੀ ਸਜਾ ਲੈਂਦੇ ਹੋ। ਔਖ ਨਹੀਂ ਹੁੰਦੀ? ਜਾਂ ਜਦੋਂ ਤੁਸੀਂ ਸ਼ੁਰੂ ਕੀਤੀ ਸੀ ਪੱਗ ਬੰਨ੍ਹਣੀ ਉਦੋਂ ਔਖ ਨਹੀਂ ਆਈ ਵੀ ਮੈਂ ਇੱਕ ਹੱਥ ਨਾਲ ਕਿਵੇਂ, ਕਿਉਂਕਿ ਲੜ ਵੀ ਸਾਫ਼ ਕਰਨੇ ਨੇ, ਲੜ ਰੱਖਣੇ ਵੀ ਨੇ? ਸਟਾਰਟਿੰਗ ਵਿੱਚ ਤਾਂ ਮੈਂ ਪੱਗ ਨੂੰ ਉਲਟੀ ਬੰਨ੍ਹਣੀ ਸੀ, ਜਿੱਦਾਂ ਇੱਧਰਲੀ ਸਾਈਡ ਲੜ ਆਉਣੀ ਸੀ, ਇੱਧਰਲੀ ਸਾਈਡ ਬੰਨ੍ਹਣੀ ਸੀ। ਅਤੇ ਮੇਰੇ ਨਾਨੀ ਜੀ ਨੇ ਮੈਨੂੰ ਉਦੋਂ ਕਿਹਾ ਕਿ
ਤੂੰ ਉਲਟੀ ਪੱਗ ਬੰਨ੍ਹ ਲਈ ਹੈ, ਸਿੱਧੀ ਸਾਈਡ ਬੰਨ੍ਹ ਪੱਗ। ਅਤੇ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਮੈਨੂੰ ਸਿਖਾਇਆ ਅਤੇ ਉਸ ਤੋਂ ਬਾਅਦ ਮੈਂ ਆਪਣੀ ਪੱਗ ਠੀਕ ਬੰਨ੍ਹਣੀ ਸ਼ੁਰੂ ਕੀਤੀ ਸੀ। ਅੱਛਾ, ਉਹ ਹੱਥ ਕਰਕੇ ਬੰਨੀ ਸੀਗੀ, ਪੁੱਠੀ ਬੰਨੀ ਗਈ ਸੀਗੀ? ਹਾਂਜੀ, ਉਦੋਂ ਮੈਂ ਇੱਧਰਲੀ ਸਾਈਡ ਮੈਨੂੰ ਸੁੱਖ ਆਈ ਜਾਂਦੀ ਸੀਗੀ ਅਤੇ ਫਿਰ ਉਸ ਤੋਂ ਬਾਅਦ ਇੱਧਰਲੀ ਸਟਾਰਟਿੰਗ ਸ਼ੁਰੂ ਕੀਤੀ। ਉਦੋਂ ਮੈਂ 4 ਸਾਲ ਦਾ ਸੀਗਾ। ਉਸ ਤੋਂ ਬਾਅਦ ਮੈਂ ਸਟਾਰਟਿੰਗ ਕੀਤੀ ਸੀ ਆਪਣੀ, ਫਿਰ ਇੱਧਰਲੀ ਸਾਈਡ ਤੋਂ ਪ੍ਰੈਕਟਿਸ ਸ਼ੁਰੂ ਹੋਈ। ਅੱਛਾ, ਤਾਂ ਕਦੇ ਮਨ 'ਚ ਐ ਨਹੀਂ ਆਇਆ ਸੀਗਾ ਵੀ ਯਾਰ ਹੱਥ ਨਹੀਂ ਹੈ, ਮੈਂ ਵਾਲ ਕਟਵਾ ਲੈਂਦਾ, ਜਾਂ ਇਹ ਪੱਗ ਵਾਲਾ ਮੇਰੇ ਕੋਲ ਨਹੀਂ ਵੱਜਦੀ ਤਾਂ ਮੈਂ ਛੱਡ ਦਿੰਦਾ ਇਹਨੂੰ? ਕਦੀ ਐਂ ਤਾਂ ਨਹੀਂ ਮਨ ਦੇ ਵਿੱਚ ਆਇਆ? ਨਹੀਂ, ਇੱਦਾਂ ਨਹੀਂ ਆਇਆ। ਜਦੋਂ ਮੈਂ ਦੇਖਦਾ ਕਿ ਸਾਰੇ ਜਿੱਦਾਂ ਪੱਗ ਬੰਨ੍ਹਦੇ, ਮੇਰੇ ਫਾਦਰ ਸਾਹਿਬ ਜਿੱਦਾਂ ਮਾਮੂ ਸਾਰੇ ਇੱਦਾਂ ਪੱਗ ਬੰਨ੍ਹਦੇ, ਅਤੇ ਮੈਂ ਵੀ ਚਾਹੁੰਦਾ ਸੀ ਕਿ ਮੈਂ ਵੀ ਆਪਣੇ ਪੱਗ ਬੰਨ੍ਹਾਂ, ਅਤੇ ਤਾਂ ਕਰਕੇ ਮੈਂ ਵੀ ਫਿਰ ਸਟਾਰਟ ਕੀਤੀ ਪੱਗ। ਅੱਛਾ, ਫਿਰ ਇਹ ਜਿਹੜੇ ਇੰਨੇ ਸਟਾਈਲ ਸਿੱਖਿਆ ਕਿੱਥੋਂ ਸਿੱਖੇ? ਕਿ ਕੋਈ ਉਸਤਾਦ ਤਾਂ ਰਿਹਾ ਜਾਂ ਕਿਤੇ ਜਾ ਕੇ ਸਿੱਖੇ ਨੇ? ਸਟਾਈਲ ਜਿੱਦਾਂ ਕੰਪੀਟੀਸ਼ਨ 'ਤੇ ਜਾ ਕੇ ਜਿੱਦਾਂ ਪਤਾ ਲੱਗ ਜਾਂਦਾ ਸੀ ਕਿ ਇੱਦਾਂ ਸਟਾਈਲ ਬਣਨੇ, ਜਿੱਦਾਂ ਡਬਲ ਪੇਚੀ ਬਣਾਏ ਜਿੱਦਾਂ ਮੁੰਡਿਆਂ ਨੇ, ਮੈਂ ਉੱਥੋਂ ਦੇਖ ਕੇ ਸਟਾਰਟਿੰਗ ਕੀਤੀ। ਫਿਰ ਘਰ ਆ ਕੇ ਪ੍ਰੈਕਟਿਸ ਕੀਤੀ, ਫਿਰ ਹੌਲੀ ਹੌਲੀ ਕਰਕੇ ਬਿਲਕੁਲ ਸਫਾਈ ਵਿੱਚ ਆ ਗਏ। ਸਟਾਰਟਿੰਗ ਵਿੱਚ ਤਾਂ ਬਹੁਤ ਜਿੱਦਾਂ ਕਲੀਅਰ ਨਹੀਂ ਸੀਗੇ, ਫਿਰ ਉਸ ਤੋਂ ਬਾਅਦ ਕਲੀਅਰ ਹੋ ਗਏ। ਪਟਿਆਲਾ ਸ਼ਾਹੀ ਮੈਂ ਆਪਣੇ ਉਸਤਾਦ ਜੀ ਕੋਲ ਸਿੱਖੀ, ਮੇਰੇ ਨਵਜੋਤ ਸਿੰਘ ਸ਼ਹਿਰੀ ਹੈਗੇ, ਸਰਦਾਰੀਆ ਟਰੱਸਟ ਪੰਜਾਬ ਦੇ ਹੈਗੇ ਆ ਮੈਂਬਰ, ਉਹਨਾਂ ਨੇ ਸਿਖਾਈ ਸੀ ਮੈਨੂੰ। ਅੱਛਾ, ਤਾਂ ਫਿਰ ਇਹ ਘਰੇ ਆ ਕੇ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਹੈ। ਕਿੰਨੇ ਕੁ ਮੀਟਰ ਦੀ ਪੱਗ ਬੰਨ੍ਹਦੇ ਹੋ? 6 ਮੀਟਰ ਦੀ ਪੱਗ ਬੰਨ੍ਹਦਾ ਅਤੇ ਥੱਲੇ 2 ਮੀਟਰ ਪਰਨਾ। ਅੱਛਾ, ਉਹ ਸਾਰਾ ਆਪਾਂ ਤਸਵੀਰਾਂ ਦੇ ਵਿੱਚ ਵੀ ਲਗਾਤਾਰ ਆਪਾਂ ਦੇਖਿਆ ਵੀ ਹੈ ਵੀ ਕਿਵੇਂ ਤੁਸੀਂ ਇੱਕ ਹੱਥ ਦੇ ਨਾਲ ਪੂਣੀ ਵੀ ਕਰ ਲੈਂਦੇ ਹੋ। ਕਦੀ ਇਹ ਨਹੀਂ ਮਹਿਸੂਸ ਹੋਈ, ਕਦੀ ਇਹ ਕਮੀ ਤਾਂ ਨਹੀਂ ਹੱਥ ਦੀ ਮਹਿਸੂਸ ਹੁੰਦੀ ਜਦੋਂ ਦਸਤਾਰ ਸਜਾਉਂਦੇ ਹੋ? ਨਹੀਂ, ਕਦੀ ਕਮੀ ਪੇਸ਼ੀ ਨਹੀਂ ਹੋਈ। ਮੋਟਰਸਾਈਕਲ ਸਕੂਟਰ ਵਗੈਰਾ ਸਾਰੇ ਕੰਮ ਨੋਰਮਲ ਚਲਾ ਵੀ ਲੈਂਦੇ ਹੋ? ਹਾਂਜੀ ਹਾਂਜੀ, ਸਾਰੇ ਐਕਟਿਵਾ ਮੋਟਰਸਾਈਕਲ ਚਲਾ ਲੈਣ। ਕੀ ਹੋਇਆ ਸੀਗਾ ਹੱਥ ਨੂੰ, ਦੱਸ ਸਕਦੇ ਹੋ ਥੋੜ੍ਹਾ ਜਾਣਕਾਰੀ? ਬਾਏ ਬਰਥ ਹੀ ਇੱਦਾਂ ਜਦੋਂ ਹੋਇਆ ਸੀ ਬਰਥ, ਉਦੋਂ ਦਾ ਹੀ ਇੱਦਾਂ। ਅੱਛਾ, ਤਾਂ ਫਿਰ ਕੰਪੀਟੀਸ਼ਨਸ 'ਤੇ ਜਾਣ ਦਾ ਕਿਵੇਂ ਹੌਸਲਾ ਬਣਿਆ? ਕਿੰਨੇ ਕੁ ਕੰਪੀਟੀਸ਼ਨਸ ਦੇ ਵਿੱਚ ਹੁਣ ਜਾ ਚੁੱਕੇ ਹੋ, ਜਿੱਤੇ ਵੀ ਹੋਣਗੇ ਕੰਪੀਟੀਸ਼ਨ? 9-10 ਕੰਪੀਟੀਸ਼ਨ 'ਤੇ ਜਾ ਚੁੱਕਿਆ ਮਤਲਬ ਮੈਂ। ਅਤੇ ਇੱਕ ਆਪਣਾ ਇੰਟਰਨੈਸ਼ਨਲ ਹੋਇਆ ਸੀਗਾ ਉੱਥੇ ਬਠਿੰਡਾ ਹੋਇਆ ਸੀ, ਦਮਦਮਾ ਸਾਹਿਬ, ਉੱਥੇ ਵੀ ਗਿਆ ਸੀ। ਸਿਲੈਕਸ਼ਨ ਰਾਊਂਡ ਹੋਇਆ ਸੀ ਫਗਵਾੜੇ, ਫਿਰ ਉੱਥੋਂ ਸਿਲੈਕਟ ਹੋ ਕੇ ਫਿਰ ਉੱਥੇ ਦਮਦਮਾ ਸਾਹਿਬ ਸੀਗਾ ਅਗਲਾ ਰਾਊਂਡ। ਅੱਛਾ, ਜ਼ਿੰਦਗੀ ਬਦਲੀ ਹੈ ਦਸਤਾਰ ਨੇ? ਹਾਂਜੀ। ਕੀ ਮਿਲਿਆ? ਦੂਰੋਂ ਲੋਕ ਦੇਖਦੇ ਜਦੋਂ ਕਿਤੇ ਜਾਈਦਾ, ਕਿੱਦਾਂ ਐਡੀ ਸੋਹਣੀ ਦਸਤਾਰ ਬੰਨੀ ਹੋਈ ਹੈ। ਖੁਸ਼ੀ ਮਿਲਦੀ ਹੈ ਮਨ ਨੂੰ? ਹਾਂਜੀ, ਬਹੁਤ। ਅੱਗੇ ਆਪਣਾ ਕੋਈ ਸੈਂਟਰ ਖੋਲ੍ਹਣ ਦਾ ਪਲਾਨ ਵੀ ਹੈਗਾ ਵੀ ਮੈਂ ਦਸਤਾਰ ਦਾ ਸੈਂਟਰ ਖੋਲੂੰਗਾ, ਜਿਹੜੇ ਹੋਰ ਨੌਜਵਾਨ ਮੁੰਡੇ ਨੇ ਉਹਨਾਂ ਨੂੰ ਦਸਤਾਰ ਬੰਨ੍ਹਣੀ ਸਿਖਾਊਂਗਾ ਜਾਂ ਬੰਨਾਂਗਾ ਉਹਨਾਂ ਦੇ? ਹਾਂਜੀ ਹਾਂਜੀ, ਮੈਂ ਅਕੈਡਮੀ ਖੋਲ੍ਹਣੀ ਆ ਆਪਣੀ, ਉੱਥੇ ਮੈਂ ਪੱਗਾਂ ਸਿਖਾਊਂਗਾ, ਅਤੇ ਜਿੱਦਾਂ ਕੋਈ ਵੈਡਿੰਗ 'ਤੇ ਵੀ ਬੰਨਦੇ ਆ ਕੋਈ ਪ੍ਰੋਗਰਾਮ 'ਤੇ, ਉੱਥੇ ਪੱਗ ਬੰਨ੍ਹਣ ਵੀ ਜਾਊਂ। ਅੱਛਾ, ਪ੍ਰੋਫੈਸ਼ਨਲੀ ਵੀ ਇਸ ਚੀਜ਼ ਨੂੰ ਨਾਲ ਲੈ ਕੇ ਚੱਲੋਗੇ? ਹਾਂਜੀ ਹਾਂਜੀ। ਅੱਛਾ, ਜਦੋਂ ਸਕੂਲ ਪੜ੍ਹਦੇ ਸੀਗੇ ਜਾਂ ਉਦੋਂ ਦੋਸਤਾਂ ਮਿੱਤਰਾਂ ਦਾ ਸਹਿਯੋਗ ਕਿੱਦਾਂ ਦਾ ਰਹਿੰਦਾ ਸੀਗਾ? ਜਦੋਂ ਸਟਾਰਟਿੰਗ ਦੇ ਵਿੱਚ ਪੱਗ ਬੰਨ੍ਹਦੇ ਹੋਊਗੇ, ਸੁਭਾਵਿਕ ਤੌਰ ਦੇ ਉੱਤੇ ਕੋਈ ਨਵਾਂ ਬੰਦਾ ਕੋਈ ਨਵੀਂ ਚੀਜ਼ ਸ਼ੁਰੂ ਕਰਦਾ ਤਾਂ ਉਹਨੂੰ ਦਿੱਕਤ ਆਉਂਦੀ ਹੈ, ਤਾਂ ਕਈ ਵਾਰ ਉਨੀ ਸੋਹਣੀ ਦਸਤਾਰ, ਚਲੋ ਦਸਤਾਰ ਤੇ ਦਸਤਾਰ ਹੈ, ਆਪਾਂ ਸੋਹਣੀ ਜਾਂ ਮਾੜੀ ਦੇ ਉੱਤੇ ਨਹੀਂ ਸਵਾਲ ਚੁੱਕ ਰਹੇ, ਮਤਲਬ ਉਦੋਂ ਕਈ ਵਾਰ ਜੋ ਮਨ ਦੀ ਰੀਝ ਹੁੰਦੀ ਵੀ ਅੱਜ ਇੰਨੇ ਗੱਡ ਕੇ ਪੱਗ ਬੰਨ੍ਹਣੀ ਹੈ, ਜਦੋਂ ਆਪਾਂ ਕਹਿੰਦੇ ਆਮ ਭਾਸ਼ਾ ਦੇ ਵਿੱਚ, ਤਾਂ ਉਦੋਂ ਕਦੀ ਹੁੰਦਾ ਨਹੀਂ ਸੀ ਵੀ ਯਾਰ ਨਹੀਂ ਵਧੀਆ ਨਹੀਂ ਵੱਜ ਰਹੀ ਹੈ, ਜਾਂ ਦੋਸਤ ਆ ਕੇ ਕਹਿੰਦੇ ਨਹੀਂ ਸੀ ਯਾਰ ਅੱਜ ਕਿੱਦਾਂ ਦੀ ਪੱਗ ਬੰਨ੍ਹੀ ਹੈ? ਕਈ ਵਾਰ ਤਾਂ ਬਹੁਤ ਸੋਹਣੀ ਪੱਗ ਆ ਜਾਂਦੀ ਜਿੱਦਾਂ, ਪਰ ਕਈ ਵਾਰੀ ਜਿੱਦਾਂ ਸੈੱਟ ਨਹੀਂ ਆਉਂਦੀ, 3-4 ਵਾਰੀ ਬੰਨ੍ਹਣੀ ਪੈਂਦੀ। ਫਿਰ ਐਂਡ 'ਤੇ ਇੱਦਾਂ ਹੀ ਹੁੰਦਾ ਜਿੱਦਾਂ ਜੀ ਚੱਲ ਜਾਓ ਸਕੂਲ ਦਾ ਟਾਈਮ ਹੋ ਗਿਆ, ਫਿਰ ਜਾ ਕੇ ਉੱਦਾਂ ਦੋਸਤ ਕਹਿੰਦੇ ਸੀ ਆ ਅੱਜ ਪੱਗ ਤੂੰ ਸਹੀ ਨਹੀਂ ਬੰਨ੍ਹ ਕੇ ਆਇਆ, ਅੱਗੇ ਵਧੀਆ ਹੁੰਦੀ, ਅੱਜ ਠੀਕ ਨਹੀਂ ਹੈਗੀ ਇੰਨੀ, ਇਹ ਹੁੰਦਾ। ਅਤੇ ਲੋਕ ਇਸ ਚੀਜ਼ ਨੂੰ ਦੇਖਦੇ ਵੀ ਹੋਣਗੇ ਵੀ ਇੱਕ ਹੱਥ ਦੇ ਨਾਲ ਤੁਸੀਂ ਇੰਨੀ ਸੋਹਣੀ ਦਸਤਾਰ ਸਜਾਉਂਦੇ ਹੋ, ਫਿਰ ਲੋਕ ਕੀ ਕਹਿੰਦੇ ਨੇ ਤੁਹਾਨੂੰ? ਕੰਪੀਟੀਸ਼ਨ 'ਤੇ ਜਦੋਂ ਜਾਈਦਾ ਲੋਕ ਵੀਡੀਓ ਬਣਾਉਂਦੇ ਬਹੁਤ ਇੱਦਾਂ ਕੋਲ ਖੜ੍ਹੇ ਹੋ ਕੇ, ਅਤੇ ਬਹੁਤ ਕਹਿੰਦੇ ਆ ਕਿ ਬਹੁਤ ਵਧੀਆ ਲੱਗਦਾ, ਇੱਦਾਂ ਬਣਨੀ ਚਾਹੀਦੀ ਸਾਰਿਆਂ ਨੂੰ। ਕਈ ਕੇਸ ਘਟਾ ਲੈਂਦੇ ਆ, ਕੇਸ ਨਹੀਂ ਘਟਾਉਣੇ ਚਾਹੀਦੇ, ਸਗੋਂ ਸਾਨੂੰ ਸਰਦਾਰੀ ਕਾਇਮ ਰੱਖਣੀ ਚਾਹੀਦੀ ਹੈ। ਤੁਹਾਨੂੰ ਤਾਂ ਨਹੀਂ ਕਦੀ ਇੱਦਾਂ ਮਨ ਦੇ ਵਿੱਚ ਆਇਆ? ਨਹੀਂ ਨਹੀਂ, ਮੈਨੂੰ ਨਹੀਂ ਆਇਆ। ਮੈਂ ਬਸ ਆਪਣੀ ਦਸਤਾਰ ਸਜਾਇਆ ਕਰਨੀ, ਆਪਣੇ ਕੇਸ ਰੱਖੇ ਨੇ। ਕਿੰਨੇ ਮਿੰਟ ਲਾਉਂਦੇ ਨੇ ਇੱਕ ਪੱਗ ਨੂੰ ਬੰਨ੍ਹਣ ਦਾ? ਕਿੰਨਾ ਕੁ ਟਾਈਮ ਲੱਗ ਜਾਂਦਾ? ਵੱਟਾਂ ਵਾਲੀ ਪੱਗ ਜਿਹੜੀ ਫਰੀ ਸਟਾਈਲ ਹੁੰਦੀ ਉਹਨੂੰ ਲੱਗਦੇ ਆ 5-6 ਮਿੰਟ, ਅਤੇ ਅੰਮ੍ਰਿਤਸਰੀ ਜਿਹੜੀ ਦਸਤਾਰ ਜਿਹੜੇ ਪੇਚਾਂ ਵਾਲੀ ਉਹ ਹੁੰਦੀ ਹੈ ਆਪਣੇ 10 ਤੋਂ 12 ਮਿੰਟ ਲੱਗ ਜਾਂਦੇ। ਪਟਿਆਲਾ ਸ਼ਾਹੀ ਨੂੰ 8-9 ਮਿੰਟ ਲੱਗਦੇ। ਅੱਛਾ, ਮਤਲਬ ਐਵਰੇਜ ਰੱਖੀਏ ਤਾਂ 5 ਮਿੰਟ ਦੇ ਵਿੱਚ ਪੱਗ ਬੰਨ੍ਹ ਕੇ ਨਾ ਤਿਆਰ ਹੋ ਜਾਂਦੇ? ਹਾਂਜੀ, ਫਰੀ ਸਟਾਈਲ ਵਾਲੀ 5 ਮਿੰਟ 'ਚ ਤਿਆਰ ਹੋ ਜਾਂਦਾ। ਅੱਛਾ, ਇਹ ਜਿਹੜੀ ਹੁਣ ਸਜਾਈ ਹੈ ਇਹ ਕਿਹੜੀ ਸਜਾਈ ਹੈ? ਇਹ ਪਟਿਆਲਾ ਸ਼ਾਹੀ ਵੱਟਾਂ ਵਾਲੀ ਹੈ। ਅੱਛਾ, ਜਿਹੜੀ ਮੈਂ ਬੰਨੀ ਹੈ ਇਹ ਕਿਹੜੀ ਹੈ? ਇਹ ਪਟਿਆਲਾ ਸ਼ਾਹੀ ਪੇਚਾਂ ਵਾਲੀ। ਅੱਛਾ, ਇੱਕ ਉਹ ਵੀਰ ਦੇ ਨਾਲ ਬੈਠੇ ਉਹਨਾਂ ਦੇ ਵੀ ਤੁਸੀਂ ਸਜਾਈ ਆ, ਉਹ ਕਿਹੜੀ ਪੱਗ ਹੈ? ਉਹ ਅੰਮ੍ਰਿਤਸਰੀ ਆ ਪੇਚਾਂ ਵਾਲੀ। ਅੱਛਾ, ਲੱਗਦਾ ਥੋੜ੍ਹਾ ਜਿਹਾ ਤੁਹਾਡੀ ਤਾਂ ਚਲੋ ਉਮਰ ਛੋਟੀ ਹੈ, ਪਰ ਜਿਸ ਉਮਰ ਦੇ ਵਿੱਚ ਵੀ ਤੁਸੀਂ ਇਸ ਚੀਜ਼ ਦੇ ਨਾਲ ਜੁੜੇ ਹੋ, ਹੈ ਨਾ, ਸਿੱਖੀ ਦੇ ਕਹਿ ਲਈਏ ਉਸ ਦੇ ਨਾਲ ਜੁੜੇ ਹੋ, ਜਾਂ ਆਪਾਂ ਦਸਤਾਰ ਦੇ ਨਾਲ ਇੰਨਾ ਪਿਆਰ ਹੈ, ਮੁਹੱਬਤ ਹੈ ਕਿ ਅੱਜ ਇੱਕ ਕਮੀ ਨੂੰ ਤੁਸੀਂ ਦੂਸਰੀ ਹੱਥ ਦੇ ਨਾਲ ਢੱਕ ਦਿੱਤਾ, ਹੈ ਨਾ, ਉਸ ਚੀਜ਼ ਦੀ ਕਦੀ ਕਮੀ ਨਹੀਂ ਮਹਿਸੂਸ ਹੋਣ ਦਿੱਤੀ। ਲੱਗਦਾ ਵੀ ਨੌਜਵਾਨਾਂ 'ਚ ਕਰੇਜ਼ ਵਧਿਆ ਪੱਗ ਨੂੰ ਲੈ ਕੇ? ਪਿੱਛੇ ਤਾਂ ਬਹੁਤ ਜ਼ਿਆਦਾ ਘੱਟ ਗਿਆ ਸੀ, ਜਿੱਦਾਂ ਬਹੁਤ ਨੌਜਵਾਨ ਕੇਸ ਘਟਾ ਰਹੇ ਸੀਗੇ ਕਿ ਪੱਗ ਨਹੀਂ ਬੰਨ੍ਹੀ ਜਾਂਦੀ, ਗਰਮੀ ਲੱਗਦੀ ਹੈ, ਕੇਸ ਘਟਾ ਦਿੰਦੇ ਸੀ। ਪਰ ਹੁਣ ਇੱਦਾਂ ਲੱਗਦਾ ਕਿ ਦੁਬਾਰਾ
ਨੌਜਵਾਨ ਸ਼ੁਰੂ ਹੋ ਗਏ ਆ ਦਸਤਾਰ ਬੰਨ੍ਹਣੀ। ਫਾਦਰ ਸਾਹਿਬ ਕੀ ਕਰਦੇ ਨੇ? ਪ੍ਰਾਈਵੇਟ ਜੋਬ ਕਰਦੇ। ਅੱਛਾ। ਤੇ ਉਹ ਫਿਰ ਪੱਗ ਉਹ ਵੀ ਤਾਂ ਦੇਖਦੇ ਹੋਣਗੇ ਕਿਉਂਕਿ ਬਚਪਨ 'ਚ ਤੁਸੀਂ ਉਹਨਾਂ ਨੂੰ ਇੱਕ ਰੋਲ ਮਾਡਲ ਦੇਖਿਆ, ਉਹਨਾਂ ਤੋਂ ਪੱਗ ਬੰਨ੍ਹਣੀ ਸਿੱਖੀ। ਹਾਂਜੀ, ਉਹ ਵੀ ਦੇਖਦੇ। ਕਈ ਵਾਰ ਉਹਨਾਂ ਤੋਂ ਵੀ ਲਾਸਟ ਲੜ ਸੈੱਟ ਨਹੀਂ ਹੁੰਦਾ, ਕਈ ਵਾਰ ਆਵਾਜ਼ ਮਾਰਦੇ ਹੁੰਦੇ ਸੈੱਟ ਕਰਨ 'ਚ। ਅੱਛਾ, ਪਹਿਲਾਂ ਫਾਦਰ ਸਾਹਿਬ ਤੋਂ ਸਿੱਖੀ ਆ ਬਚਪਨ 'ਚ, ਤੇ ਅੱਜ ਜਦੋਂ ਫਾਦਰ ਸਾਹਿਬ ਦੀ ਕਿਤੇ ਕੁੰਡੀ ਅੜ ਜਾਂਦੀ, ਪੇਚ ਅੜ ਜਾਂਦਾ, ਫਿਰ ਤੁਸੀਂ ਸਿੱਧਾ ਕਰਦੇ? ਹਾਂਜੀ, ਕਈ ਵਾਰ ਆਵਾਜ਼ ਮਾਰਦੇ ਆ ਕਿ ਲਾਸਟ ਲੜ ਲਾ ਦੇ ਫਟਾਫਟ ਆ ਕੇ। ਗੁਰਸ਼ਾਨ ਦੇ ਮਦਰ ਵੀ ਸਾਡੇ ਨਾਲ ਨੇ। ਮੈਮ, ਗੁਰਸ਼ਾਨ ਦੇ ਬਚਪਨ ਦੇ ਬਾਰੇ ਜਾਣਨਾ ਚਾਹੂੰਗਾ। ਜਦੋਂ ਇਹ ਪੈਦਾ ਹੋਇਆ ਸੀ ਤਾਂ ਮਨ ਦੇ ਵਿੱਚ ਕੀ ਸੀਗਾ ਉਦੋਂ? ਉਦੋਂ ਮਨ ਵਿੱਚ ਤਾਂ ਇੱਕ ਵਾਰੀ ਹੋਇਆ ਸੀ ਕਿ ਇਹ ਕੀ ਹੋ ਗਿਆ। ਪਹਿਲਾਂ ਤਾਂ 2 ਦਿਨ ਮੈਨੂੰ ਪਤਾ ਨਹੀਂ ਲੱਗਿਆ, ਦੱਸਿਆ ਹੀ ਨਹੀਂ ਸੀਗਾ। ਫਿਰ 2 ਦਿਨ ਬਾਅਦ ਜਦੋਂ ਮੈਨੂੰ ਪਤਾ ਲੱਗਿਆ, ਉਦੋਂ ਤਾਂ ਇੱਕ ਵਾਰੀ ਲੱਗਿਆ ਸੀ ਕਿ ਕਿੱਦਾਂ ਹੋਏਗਾ, ਅੱਗੇ ਅੱਗੇ ਕਿੱਦਾਂ ਚੱਲੇਗਾ ਕੰਮ। ਪਰ ਉਦੋਂ ਫਿਰ ਮੈਂ ਬਾਬਾ ਜੀ ਨੇ ਆਪੇ ਹਿੰਮਤ ਦਿੱਤੀ ਕਹਿ ਸਕਦੇ ਹਾਂ, ਕਿਉਂਕਿ ਇੱਦਾਂ ਇੱਕ ਵਾਰੀ ਝਟਕਾ ਤਾਂ ਲੱਗਦਾ ਹੀ ਹੈ। ਪਰ ਬਾਬਾ ਜੀ ਨੇ ਆਪੇ ਹਿੰਮਤ ਦਿੱਤੀ ਅਤੇ ਹੌਲੀ ਹੌਲੀ ਚੱਲਦਾ ਗਿਆ ਕੰਮ। ਫਿਰ ਥੋੜ੍ਹੇ ਚਿਰ ਬਾਅਦ ਮੈਨੂੰ ਸਾਡੇ ਇੱਧਰ ਪੱਗਾਂ ਬਹੁਤ ਸੋਹਣੀਆਂ ਬੰਦੇ, ਮੇਰੇ ਬ੍ਰਦਰ ਵੀ, ਮੇਰੇ ਹਸਬੈਂਡ ਵੀ, ਸਾਰੇ ਬਹੁਤ ਸੋਹਣੀਆਂ ਪੱਗਾਂ ਬੰਦੇ। ਮੈਨੂੰ ਇਹੀ ਸੀਗਾ ਕਿ ਪੱਗ ਕਿੱਦਾਂ ਬਣੂਗਾ। ਮੈਂ ਆਪਣੀ ਮੰਮੀ ਨੂੰ ਕਿਹਾ ਵੀ ਮੈਂ ਕਿਹਾ ਪੱਗ ਕਿੱਦਾਂ ਬਣੂਗਾ, ਸਾਰੇ ਇੰਨੀ ਸੋਹਣੀ ਪੱਗ ਬੰਨਦੇ ਆ। ਵੀ ਮੈਨੂੰ ਪੱਗ ਦਾ ਬਹੁਤ ਕਰੇਜ਼ ਆ, ਸ਼ੁਰੂ ਤੋਂ ਹੀ ਮਤਲਬ ਰਿਹਾ। ਅਤੇ ਉਹ ਹੀ ਗੱਲ ਹੋਈ। ਚਲੋ ਬਾਬਾ ਜੀ ਨੇ ਜਿਸ ਗੱਲ ਦਾ ਸੀਗਾ ਉਹ ਗੱਲ ਦਾ ਵੀ ਸ਼ੰਕਾ ਦੂਰ ਕਰ ਦਿੱਤਾ, ਅਤੇ ਉਹਨਾਂ ਨੇ ਇਹਦੇ 'ਚ ਇਹ ਹੁਨਰ ਹੀ ਪਾ ਦਿੱਤਾ ਕਿ ਇੰਨੀਆਂ ਵਧੀਆ ਵਧੀਆ ਪੱਗਾਂ ਬੰਨ੍ਹਦਾ। ਲੋਕ ਬਣਵਾਉਣ ਆਉਂਦੇ ਪੱਗਾਂ, ਬਹੁਤ ਵਧੀਆ ਲੱਗਦਾ ਜਦੋਂ ਸਾਰੇ ਆਉਂਦੇ ਆ, ਪ੍ਰੇਜ਼ ਕਰਦੇ ਆ ਬਹੁਤ। ਚੈਲੰਜਿੰਗ ਕਿੰਨਾ ਸੀਗਾ ਇਸ ਚੀਜ਼ ਨੂੰ? ਪਰਮਾਤਮਾ ਦੀ ਦੇਣ ਹੈ, ਆਪਾਂ ਇਹਨੂੰ ਕਦੀ ਵੀ ਸਵਾਲ ਨਹੀਂ ਖੜਾ ਕਰ ਸਕਦੇ। ਜੇ ਪਰਮਾਤਮਾ ਇੱਕ ਚੀਜ਼ ਰੱਖਦਾ ਤਾਂ ਮੈਨੂੰ ਲੱਗਦਾ 4 ਨਾਲ ਦੇ ਕੇ ਐਕਸਟਰਾ ਭੇਜਦਾ ਵੀ ਇਹਦਾ ਕੋਈ ਕੰਮ ਅੜੇ ਨਾ। ਜਿਵੇਂ ਗੁਰਸ਼ਾਨ ਨੂੰ ਇੱਕ ਵੱਖਰੀ ਪਹਿਚਾਣ ਹੀ ਦੇ ਦਿੱਤੀ ਮੈਨੂੰ ਲੱਗਦਾ ਸਮਾਜ ਦੇ ਵਿੱਚ, ਸਪੈਸ਼ਲਿਟੀ ਇਹਦੇ ਵਿੱਚ ਇੱਦਾਂ ਦੀ ਪਾ ਦਿੱਤੀ ਵੀ ਅੱਜ ਲੋਕ ਵੀ ਇਹਦੇ ਮੁਰੀਦ ਨੇ। ਤਾਂ ਤੁਹਾਡੇ ਲਈ ਚੈਲੰਜਿੰਗ ਕਿੰਨਾ ਸੀਗਾ? ਇੱਕ ਪਾਸੇ ਪੁੱਤਰ ਦੀ ਦਾਤ ਪਰਮਾਤਮਾ ਨੇ ਬਖਸ਼ੀ ਸੀਗੀ, ਹੱਥ ਨਹੀਂ ਸੀਗਾ, ਤਾਂ ਉਦੋਂ ਫਿਰ ਉਹ ਸਮਾਂ ਕਿਵੇਂ ਨਿਕਲਿਆ? ਕੀ ਸੋਚਦੇ ਸੀਗੇ ਉਦੋਂ? ਬਸ ਉਦੋਂ ਸਾਰੇ ਇਹੀ ਕਹਿੰਦੇ ਸੀ ਕੋਈ ਨਹੀਂ ਠੀਕ ਹੋ ਜਾਏਗਾ। ਐਕਚੁਅਲੀ ਸਾਰੇ ਇਹੀ ਕਹਿੰਦੇ ਸੀ ਕੋਈ ਨਹੀਂ ਠੀਕ ਹੋ ਜਾਏਗਾ। ਮੈਂ ਵੀ ਕਹਿੰਦੀ ਸੀ ਹਾਂ ਠੀਕ ਹੋ ਜਾਏਗਾ, ਕੋਈ ਇੰਨੀ ਨਹੀਂ ਲੱਗਾ। ਪਰ ਜਦੋਂ ਹੌਲੀ ਹੌਲੀ ਪਤਾ ਲੱਗਦਾ ਗਿਆ ਕਿ ਨਹੀਂ ਇਹ ਠੀਕ ਨਹੀਂ ਹੋਣਾ, ਇਹ ਜਦੋਂ ਵੀ ਲੱਗੇਗਾ ਆਰਟੀਫਿਸ਼ਲ ਹੱਥ ਹੀ ਲੱਗੇਗਾ, ਮਤਲਬ ਵੀ ਉੱਦਾਂ ਇਹ ਠੀਕ ਹੋਣ ਵਾਲੀ ਚੀਜ਼ ਨਹੀਂ ਹੈਗੀ ਕਹਿ ਸਕਦੇ ਆਪਾਂ। ਅਤੇ ਫਿਰ ਹੌਲੀ ਹੌਲੀ ਆਪੇ ਹਿੰਮਤ ਆਏਗੀ, ਕੁਛ ਚੱਲੀ ਗਿਆ ਕੰਮ। ਬਸ ਇਹ ਹੈ ਕਿ ਜਦੋਂ ਸਕੂਲ ਪਾਉਣਾ ਸੀ ਇਹਨੂੰ, ਉਦੋਂ ਥੋੜ੍ਹੀ ਲੱਗੀ ਸੀ ਪ੍ਰੋਬਲਮ ਆਈ ਸੀ। ਪਲੇਵੇ ਸਕੂਲ 'ਚ ਐਡਮਿਸ਼ਨ ਕਰਾਉਣ ਗਏ ਸੀ, ਉਹਨਾਂ ਨੇ ਐਡਮਿਸ਼ਨ ਨਹੀਂ ਸੀ ਲਈ, ਫਾਰਮ ਵਗੈਰਾ ਭਰ ਦਿੱਤਾ ਸਾਰਾ। ਅਸੀਂ ਪਹਿਲਾਂ ਦੱਸਿਆ ਨਹੀਂ ਉਹਨਾਂ ਨੂੰ। ਜਦੋਂ ਉਹਨਾਂ ਨੇ ਦੇਖਿਆ ਤਾਂ ਫਿਰ ਨਹੀਂ, ਕਹਿੰਦੇ ਅਸੀਂ ਮਤਲਬ ਨਹੀਂ ਇਹਦੀ ਐਡਮਿਸ਼ਨ ਨਹੀਂ ਕਰ ਸਕਦੇ। ਕੀ ਕਾਰਨ ਦੱਸਦੇ ਸੀ, ਕਿਉਂ ਨਹੀਂ ਕਰਦੇ ਸੀ? ਵੀ ਸਾਨੂੰ ਮੁਸ਼ਕਿਲ ਆਏਗੀ, ਵੀ ਇਹ ਲੈਫਟ ਹੈਂਡ ਨਾਲ ਪਤਾ ਨਹੀਂ ਕਰ ਪਾਏਗਾ ਕਿ ਨਹੀਂ ਕਰ ਪਾਏਗਾ, ਵੀ ਸਾਨੂੰ ਮੁਸ਼ਕਿਲ ਆਏਗੀ ਸਾਡੇ ਸਕੂਲ, ਵੀ ਅਸੀਂ ਨਹੀਂ ਕਰ ਸਕਦੇ। ਫਿਰ ਉਦੋਂ ਇੱਕ ਵਾਰੀ ਅਪਸੈਟ ਜਿਹੇ ਹੋ ਗਏ ਸੀ ਵੀ ਕਿੱਦਾਂ ਹੋਏਗਾ। ਉਦੋਂ ਚਲੋ ਛੋਟਾ ਪਲੇਵੇ ਸਕੂਲ ਹੀ ਗਏ ਸੀ ਅਸੀਂ ਜਿੱਦਾਂ। ਫਿਰ ਦੁਬਾਰਾ ਦੂਸਰੇ ਸਕੂਲ ਗਏ, ਉਹਨਾਂ ਨੇ ਤਾਂ ਬੜੀ ਜ਼ਿਆਦਾ ਪ੍ਰੇਜ਼ ਕੀਤੀ, ਕਹਿੰਦੇ ਨਹੀਂ ਇਹ ਤਾਂ ਹੋ ਹੀ ਨਹੀਂ ਸਕਦਾ, ਇਹ ਤਾਂ ਸਾਡੇ ਸਕੂਲ ਦਾ ਬੈਸਟ ਬੱਚਾ ਹੋਏਗਾ, ਅਸੀਂ ਤਾਂ ਕਰਨੀ ਇਹਦੀ ਐਡਮਿਸ਼ਨ। ਮਤਲਬ 1 ਘੰਟੇ ਵਾਸਤੇ ਮੁਸ਼ਕਿਲ ਆਈ ਸੀ, ਘੰਟੇ ਬਾਅਦ ਹੀ ਦੂਸਰੇ ਸਕੂਲ ਗਏ ਅਸੀਂ, ਅਤੇ ਬਸ ਉੱਥੇ ਐਡਮਿਸ਼ਨ ਹੋ ਗਈ ਸੀ। ਫਿਰ ਵੀ ਉਹ ਜ਼ਿੰਦਗੀ ਦਾ 1 ਘੰਟਾ ਸੀਗਾ, ਉਹਨੇ ਤਸਵੀਰ ਹੀ ਬਦਲ ਦਿੱਤੀ ਜ਼ਿੰਦਗੀ ਦੀ। ਬੇਸ਼ੱਕ ਨਾ ਹੋਈ ਉੱਥੇ, ਬੇਸ਼ੱਕ ਨਹੀਂ, ਪਰ ਉਦੋਂ 1 ਘੰਟਾ ਬਹੁਤ ਰੋਈ ਸੀ ਮੈਂ। ਮਤਲਬ ਬਹੁਤ ਜ਼ਿਆਦਾ ਲੱਗਿਆ ਸੀ ਮੈਨੂੰ ਵੀ ਅੱਗੇ ਅੱਗੇ ਹਾਲੇ ਤਾਂ ਪਹਿਲਾ ਪੜਾਅ ਹੈ, ਵੀ ਅੱਗੇ ਅੱਗੇ ਬਹੁਤ ਮੁਸ਼ਕਿਲ ਆਏਗੀ ਇਹਦੇ ਇਸ ਹਿਸਾਬ ਨਾਲ। ਉਹ 1 ਘੰਟੇ 'ਚ ਬਹੁਤ ਮੁਸ਼ਕਿਲ ਕੱਟਿਆ ਸੀ। ਪਰ ਅਸੀਂ ਦੂਜੇ ਸਕੂਲ ਗਏ ਅਤੇ ਉੱਥੇ ਜਾ ਕੇ ਸਾਨੂੰ ਬਹੁਤ ਖੁਸ਼ੀ ਹੋਈ। ਉਹਨਾਂ ਨੇ ਉਸੇ ਵੇਲੇ ਐਡਮਿਸ਼ਨ ਲਈ ਇਹਦੀ, ਬਹੁਤ ਨਹੀਂ ਕਹਿੰਦੇ ਬਹੁਤ ਵਧੀਆ, ਸਾਨੂੰ ਕੋਈ ਮੁਸ਼ਕਿਲ ਨਹੀਂ ਆਏਗੀ, ਅਸੀਂ ਇਹਨੂੰ ਟ੍ਰੇਨ ਕਰਾਂਗੇ ਪੂਰਾ। ਫਿਰ ਜਿਵੇਂ ਪੜ੍ਹਾਈ ਸ਼ੁਰੂ ਕੀਤੀ ਤਾਂ ਫਿਰ ਕਿਵੇਂ ਲੈਫਟ ਹੱਥ ਦੇ ਨਾਲ ਤੁਸੀਂ, ਕਿਉਂਕਿ ਉਹਦੇ ਵਾਸਤੇ ਤੁਹਾਨੂੰ ਥੋੜ੍ਹਾ ਬਹੁਤ ਤਵੱਜੋ ਵੱਧ ਦੇਣੀ ਪਈ ਹੋਊਗੀ ਵੀ ਮੈਂ ਲੈਫਟ ਹੈਂਡ ਦੇ ਨਾਲ ਹੀ ਸ਼ੁਰੂ ਕਰਵਾਉਣੀ ਹੈ, ਲਿਖਾਈ ਪੜ੍ਹਾਈ ਖਾਣਾ ਪੀਣਾ, ਬੱਚੇ ਨੂੰ ਉਸੇ ਚੀਜ਼ ਦੇ ਉੱਤੇ ਡਿਪੈਂਡ ਕਰਵਾਉਣਾ? ਨਹੀਂ, ਵੈਸੇ ਇਹਨੂੰ ਇੰਨਾ ਲੱਗਿਆ ਨਹੀਂ, ਜਿੱਦਾਂ ਰਾਈਟ ਨਾਲ ਆਪਾਂ ਕਰਦੇ ਹਾਂ ਉੱਦਾਂ ਇਹਨੇ ਲੈਫਟ ਨਾਲ ਕਰਨਾ ਸ਼ੁਰੂ ਕੀਤਾ। ਵੀ ਇਹਨੂੰ ਵੀ ਨਹੀਂ ਲੱਗਿਆ ਅਤੇ ਮੈਨੂੰ ਵੀ ਨਹੀਂ ਕੁਛ ਖਾਸ ਲੱਗਿਆ। ਬਸ ਇਹ ਜ਼ਰੂਰ ਮੈਂ ਇਹਦੇ ਨਾਲ ਜਿੱਦ ਜ਼ਰੂਰ ਕਰਦੀ ਹੁੰਦੀ ਸੀ, ਇਹ ਕਵੇ ਮੇਰਾ ਆਹ ਕੰਮ ਕਰ ਦਿਓ ਅਤੇ ਮੈਂ ਇਹ ਕਹਿੰਦੀ ਹੁੰਦੀ ਸੀ ਕਿ ਨਹੀਂ ਮੈਂ ਨਹੀਂ ਕਰਨਾ ਤੇਰਾ ਕੰਮ, ਤੂੰ ਆਪੇ ਕਰੇਗਾ। ਵੀ ਜਿੱਦ ਕਰਦਾ ਹੁੰਦਾ ਸੀਗਾ, ਨਹੀਂ ਤੁਸੀਂ ਕਰ ਦਿਓ ਮੇਰੇ ਕੋਲ ਨਹੀਂ, ਮੈਂ ਕਿਹਾ ਤੂੰ ਆਪੇ ਕਰੇਗਾ। 1 ਵਾਰੀ ਨਹੀਂ ਹੋਏਗਾ, 2 ਵਾਰੀ ਨਹੀਂ ਹੋਏਗਾ, ਫਿਰ ਤੀਜੀ ਵਾਰੀ ਤਾਂ ਆਪੇ ਹੋਏਗਾ ਹੀ ਹੋਏਗਾ ਨਾ। ਫਿਰ ਉਹ ਸ਼ੁਰੂ ਤੋਂ ਇੱਦਾਂ ਦੀ ਇਹਦੀ ਹੈਬਿਟ ਬਣਾਈ ਕਿ ਮੈਨੂੰ ਸੀਗਾ ਕਿ ਇਹ ਸਾਰਾ ਕੰਮ ਆਪੇ ਕਰੇ, ਅਤੇ ਸਾਰਾ ਕੰਮ ਆਪੇ ਹੀ ਕਰਦਾ। ਮੈਂ ਤਾਂ ਕਦੀ ਕੋਈ ਕੰਮ ਨਹੀਂ ਕੀਤਾ। ਜਦੋਂ ਪਹਿਲੀ ਵਾਰੀ ਇਹਨੇ ਪੱਗ ਬੰਨੀ ਸੀ, ਈਵਨ ਤੱਕ ਕਿ ਪੂਣੀ ਵੀ ਇਹਨੇ ਆਪੇ ਕਰਾਈ ਸੀ। ਹੁਣ ਸਗੋਂ ਜਿੱਦ ਕਰੇਗਾ ਕਿ ਤੁਸੀਂ ਕਰਾਓ ਪੂਣੀ, ਅਤੇ ਛੋਟੇ ਹੁੰਦੇ ਤਾਂ ਸਗੋਂ ਆਪੇ ਕਰਦਾ ਸੀਗਾ। ਹੁਣ ਜਿੱਦ 'ਚ ਕਰੇਗਾ ਨਹੀਂ ਤੁਸੀਂ ਫ੍ਰੀ ਬੈਠੇ ਤੁਸੀਂ ਕਰਾਓ ਪੂਣੀ, ਅਤੇ ਉੱਦਾਂ ਕਦੀ ਇਹਨੂੰ ਕਦੀ ਮੁਸ਼ਕਿਲ ਨਹੀਂ ਆਈ ਵੈਸੇ। ਅੱਛਾ, ਲੱਗਦਾ ਗੁਰਸ਼ਾਨ ਪੱਗ ਨੇ ਇੱਕ ਵੱਖਰੀ ਪਹਿਚਾਣ ਦੇ ਦਿੱਤੀ ਹੈ ਤੁਹਾਨੂੰ? ਹਾਂਜੀ, ਬਹੁਤ ਲੋਕ ਜਦੋਂ ਕਿਤੋਂ ਜਾਈਦਾ ਵਾ, ਜਦੋਂ ਲੋਕ ਪਹਿਚਾਣਦੇ ਆ ਅਤੇ ਬੁਲਾਉਂਦੇ, ਬਹੁਤ ਵਧੀਆ ਲੱਗਦਾ ਵਾ। ਸਰਦਾਰ ਜੀ ਕਹਿ ਕੇ ਬੁਲਾਉਂਦੇ ਆ, ਅਤੇ ਉਸ ਤੋਂ ਉਦੋਂ ਪਤਾ ਲੱਗਦਾ ਵਾ ਕਿ ਪੱਗ ਦਾ ਕੀ ਰੋਗ ਹੁੰਦਾ। ਅੱਛਾ ਗੁਰਸ਼ਾਨ, ਕਦੀ ਜ਼ਿੰਦਗੀ 'ਚ ਇੱਦਾਂ ਦੀ ਮੂਵਮੈਂਟ ਆਈ ਵੀ ਹੌਸਲਾ ਟੁੱਟਾ ਹੋਵੇ,
ਜਾਂ ਹੌਸਲਾ ਬਣ ਗਿਆ ਹੋਵੇ ਉਦੋਂ ਵੀ ਹਾਂ ਯਾਰ ਕੋਈ ਗੱਲ ਨਹੀਂ, ਮੈਂ ਕਰਾਂਗਾ, ਮੈਂ ਕਰਕੇ ਦਿਖਾਊਂਗਾ? ਕੋਈ ਵੱਡਾ ਚੈਲੰਜ ਜ਼ਿੰਦਗੀ 'ਚ ਇੱਦਾਂ ਦਾ, ਇਹ ਪੱਗ ਨੂੰ ਲੈ ਕੇ ਕਹਿ ਲਈਏ, ਪੜ੍ਹਾਈ ਨੂੰ ਲੈ ਕੇ ਕਹਿ ਲਈਏ, ਯਾਰਾਂ ਦੋਸਤਾਂ ਦੇ ਵਿੱਚ ਵਿਚਰਨ ਨੂੰ ਕਹਿ ਲਈਏ, ਉਹਨਾਂ ਨਾਲ ਖੇਡਣ ਨੂੰ ਕਹਿ ਲਈਏ? ਇੱਦਾਂ ਦਾ ਕੋਈ ਚੈਲੰਜ ਨਹੀਂ। ਉੱਦਾਂ ਸਟਾਰਟਿੰਗ ਵਿੱਚ ਜਦੋਂ ਪੱਗ ਪਹਿਲੇ ਤਾਂ ਅਸੀਂ ਦਸਤਾਰ ਬਣ ਕੇ ਜਾਈਦੀ ਸੀ ਸਕੂਲ, ਫਿਰ ਵਿੱਚ ਇਹ ਸਟਾਰਟਿੰਗ ਕੀਤੀ ਕਿ ਚਲੋ ਆਪਾਂ ਪੱਗਾਂ ਬਣ ਕੇ ਆਉਂਦੇ ਹਾਂ, ਅਤੇ ਵਿੱਚ ਇੱਦਾਂ ਚੈਲੰਜ ਕੀਤਾ ਸੀ ਕਿ ਕੱਲ੍ਹ ਦੇਖਦੇ ਹਾਂ ਕੌਣ ਜ਼ਿਆਦਾ ਵਧੀਆ ਪੱਗ ਬਣ ਕੇ ਆਉਂਦਾ। ਅਤੇ ਮੈਂ 2-3 ਵਾਰੀ ਪੱਗ ਬਣ ਕੇ ਗਿਆ। ਉਸ ਦਿਨ ਸਹੀ ਨਹੀਂ ਆਈ। ਅੱਛਾ। ਅਤੇ ਉਸ ਦਿਨ ਸਹੀ ਨਹੀਂ ਆਈ, ਅਤੇ ਉਸ ਦਿਨ ਬਾਕੀਆਂ ਦੀ ਵਧੀਆ ਸੀਗੀ, ਅਤੇ ਉਸ ਦਿਨ ਮੈਨੂੰ ਕਹਿ ਦਿੱਤਾ ਕਿ ਤੇਰੀ ਪੱਗ ਸਹੀ ਨਹੀਂ ਹੈਗੀ। ਅਤੇ ਉਹ ਮੈਂ ਕਿਹਾ ਚਲੋ ਕੱਲ੍ਹ ਫਿਰ ਉਸ ਤੋਂ ਬਾਅਦ ਕਰਦੇ ਹਾਂ। ਫਿਰ ਉਸ ਤੋਂ ਅਗਲੇ ਦਿਨ ਪੱਗ ਮੇਰੀ ਸਹੀ ਆਈ ਸੀ, ਅਤੇ ਉਸ ਤੋਂ ਬਾਅਦ ਗਏ ਜਦੋਂ, ਅਤੇ ਉਦੋਂ ਕੋਈ ਬੋਲਿਆ ਨਹੀਂ ਉੱਥੇ ਜਾ ਕੇ। ਉਦੋਂ ਤਾਂ ਮੈਨੂੰ ਬੜਾ ਬੋਲੇ ਕਿ ਸਹੀ ਨਹੀਂ ਆਈ ਤੇਰੀ, ਅਤੇ ਮੈਂ ਜਾ ਕੇ ਬੋਲਿਆ ਸਾਰਿਆਂ ਨੂੰ, ਅਤੇ ਉਦੋਂ ਸਾਰੇ ਦੇਖਣ ਨਹੀਂ ਯਾਰ ਸਾਡੀ ਵੀ ਸਹੀ ਹੈ ਇੱਦਾਂ ਕਹਿਣ ਲੱਗ ਪਏ। ਅੱਛਾ। ਜਦੋਂ ਕੰਪੀਟੀਸ਼ਨ 'ਚ 'ਤੇ ਜਾਂਦੇ ਹੋ, ਕਦੀ ਕਿਸੇ ਸੈਲੀਬ੍ਰਿਟੀ ਨੂੰ ਮਿਲੇ ਹੋਣ, ਕਿਸੇ ਸ਼ਖਸ ਦੇ ਵੱਲੋਂ, ਕਿਸੇ ਜੱਜ ਦੇ ਵੱਲੋਂ ਕੋਈ ਸਪੈਸ਼ਲ ਕੰਪਲੀਮੈਂਟ ਮਿਲਿਆ ਹੋਵੇ, ਕਦੀ ਕੁਛ ਇੱਦਾਂ ਦਾ ਹੋਇਆ ਕਦੀ ਕੰਪੀਟੀਸ਼ਨ? ਆਪਣੇ ਇੱਥੇ ਡੈਵੀਏਟ ਕਾਲਜ ਵਿੱਚ ਹੋਇਆ ਸੀ ਕੰਪੀਟੀਸ਼ਨ। ਮੇਰੇ ਨਵਜੋਤ ਸਿੰਘ ਸ਼ਹਿਰੀ ਜਿਹੜੇ ਹੈਗੇ ਆ ਉਸਤਾਦ ਜੀ, ਉਹਨਾਂ ਨੇ ਮੈਨੂੰ ਕਾਲ ਕੀਤੀ ਸੀ ਕਿ ਉੱਥੇ ਕੰਪੀਟੀਸ਼ਨ ਹੈਗਾ ਅਤੇ ਆਈ ਜ਼ਰੂਰ। ਅਤੇ ਉੱਥੇ ਗੁਰਪ੍ਰੀਤ ਲਾਡ ਵੀ ਆਏ ਸੀ, ਆਪਣੇ ਹੈਗੇ ਆ ਸਿੰਗਰ ਅਤੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਜਦੋਂ ਕੰਪੀਟੀਸ਼ਨ ਹੋਇਆ ਅਤੇ ਉਹ ਜੱਜਮੈਂਟ ਸੀਗੀ ਉੱਥੇ ਉਹਨਾਂ ਦੀ, ਅਤੇ ਉਹਨਾਂ ਨੇ ਕਿਹਾ ਕਿ ਬਹੁਤ ਵਧੀਆ ਪੱਗ ਆ, ਅਤੇ ਉਹਨਾਂ ਨੇ ਮੈਨੂੰ ਗਿਫਟ ਵੀ ਦਿੱਤੀ ਸੀ, ਇੱਕ ਟਰਬਨ ਨਾਲ ਸ਼ੀਲਡ ਦਿੱਤੀ ਸੀ। ਅੱਛਾ। ਤਾਂ ਲੱਗਦਾ ਇਹੋ ਜਿਹੀਆਂ ਮੂਵਮੈਂਟਸ ਬਹੁਤ ਬੰਦੇ ਦਾ ਹੌਸਲਾ ਵਧਾ ਦਿੰਦੀਆਂ ਫਿਰ ਅੱਗੇ ਅਗਲੇ ਵਾਲੇ ਸਮੇਂ ਦੇ ਲਈ ਵੀ। ਹਾਂਜੀ, ਇੱਦਾਂ ਸੈਲੀਬ੍ਰਿਟੀ ਜਦੋਂ ਕੋਈ ਕਰਦਾ ਨਾ, ਉਦੋਂ ਜ਼ਿਆਦਾ ਵਧੀਆ ਲੱਗਦਾ ਕਿ ਹੁਣ ਸੈਲੀਬ੍ਰਿਟੀ ਵੀ ਸਾਡੇ ਨਾਲ ਇੱਦਾਂ ਕਰਦੇ ਆ। ਪਹਿਚਾਣ ਬਣਦੀ ਹੈ ਲੋਕਾਂ ਦੇ ਵਿੱਚ ਜਦੋਂ ਜਾਂਦੇ ਆ? ਹਾਂਜੀ, ਪਹਿਚਾਣ ਜਿੱਦਾਂ ਕਈ ਪਛਾਣਦੇ ਵੀ ਹੈਗੇ ਆ, ਬੁਲਾਉਂਦੇ ਜਿੱਦਾਂ ਭਾਈ ਤੁਹਾਡੀ ਪੱਗ ਬਹੁਤ ਵਧੀਆ, ਮੈਂ ਤੁਹਾਨੂੰ ਦੇਖਿਆ ਸੀ ਉੱਥੇ। ਤਾਂ ਫਿਰ ਅੱਗੇ ਹੁਣ ਕਿੰਨੀਆਂ ਕੁ ਦਸਤਾਰਾਂ ਖਰੀਦੀਆਂ, ਕਿੰਨੇ ਕੁ ਰੰਗ ਫਿਰ ਫੇਵਰੇਟ ਜਿਹੜਾ ਤੁਹਾਨੂੰ ਦਿਲ ਨੂੰ ਚੰਗਾ ਲੱਗਦਾ ਉਹ ਬਾਰ-ਬਾਰ ਖਰੀਦਦੇ ਹੁੰਦੇ? ਫੇਵਰੇਟ ਹੁੰਦਾ ਮੇਰਾ ਕਲਰ ਸਾਰੇ ਆ ਉੱਦਾਂ, ਪਰ ਜ਼ਿਆਦਾ ਮੈਂ ਕੋਰਲ ਪੱਗ ਬੰਦਾ, ਪਿੰਕ ਇਹ ਜ਼ਿਆਦਾ ਬੰਦਾ ਮੈਂ ਉੱਦਾਂ, ਅਤੇ ਰੈੱਡ ਕਲਰ ਵੀ ਬਹੁਤ ਜ਼ਿਆਦਾ ਹੁੰਦਾ। ਅੱਛਾ, ਟਿਪਸ ਦੇਣਾ ਚਾਹੁੰਦੇ ਹੋ? ਬਹੁਤ ਸਾਰੇ ਤੁਹਾਡੀ ਏਜ ਦੇ ਵੀ ਹੋਣਗੇ, ਤੁਹਾਡੇ ਤੋਂ ਵੱਡੇ ਵੀ ਹੋਣਗੇ, ਜਾਂ ਇੱਦਾਂ ਦੇ ਮੇਰੇ ਵਰਗੇ ਵੀ ਹੋਣਗੇ ਜਿਹੜੇ ਕਹਿੰਦੇ ਹੋਣ ਵੀ ਯਾਰ ਨਹੀਂ ਬੱਜੀ ਤੇ ਚੱਲ ਕੋਈ ਨਹੀਂ, ਅੱਜ ਐਂ ਚੱਲ ਜਾਂਦੇ, ਪਰਨਾ ਬੰਨ੍ਹ ਕੇ ਚੱਲ ਜਾਂਦੇ। ਟਿਪਸ ਆਹੀ ਹੈ ਬਸ, ਜਦੋਂ ਪੱਗ ਬੰਨ੍ਹਣੀ ਆ ਬਿਲਕੁਲ ਆਰਾਮ ਨਾਲ ਪੱਗ ਬੰਨ੍ਹਣੀ, ਕੋਈ ਕਾਹਲੀ ਨਹੀਂ ਕਰਨੀ ਹੈਗੀ, ਆਰਾਮ ਨਾਲ ਪੂਣੀ ਕਰੋ। ਬੇਸ ਜਿੰਨਾ ਵਧੀਆ ਬੇਸ ਹੋਊਗਾ ਉਨੀ ਵਧੀਆ ਪੱਗ ਆਊਗੀ। ਅੱਛਾ। ਹੋਰ ਕੋਈ ਟਿਪਸ ਇਹਦੇ ਨਾਲ ਦਾ ਵੀ ਇੱਕ ਬੰਦਾ ਜਿਹਦਾ ਹੌਸਲਾ ਟੁੱਟਾ ਹੋਵੇ ਵੀ ਨਹੀਂ ਯਾਰ ਪੱਗ ਤਾਂ ਵੱਜਦੀ ਨਹੀਂ ਮੇਰੇ ਕੋਲ? ਇੱਕ ਵਾਰੀ ਬੰਨੋ, 2 ਵਾਰੀ ਬੰਨੋ, ਨਹੀਂ ਸਹੀ ਆਊਗੀ, ਤੀਜੀ ਵਾਰੀ ਸਹੀ ਆਊਗੀ। ਆਰਾਮ ਨਾਲ ਪੱਗ ਬੰਨ੍ਹਣੀ ਚਾਹੀਦੀ ਹੈ, ਬਿਲਕੁਲ ਕਾਹਲੀ ਨਹੀਂ ਕਰਨੀ ਚਾਹੀਦੀ। ਹੌਲੀ ਹੌਲੀ ਬੰਨਾਂਗੇ ਆਪੇ ਵਧੀਆ ਪੱਗ ਆ ਜੀ। ਹੋਰ ਸ਼ੌਂਕ ਕੀ ਹੈ ਪੱਗ ਤੋਂ ਇਲਾਵਾ, ਦਸਤਾਰ ਸਜਾਉਣ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਸ਼ੌਂਕ ਨੇ? ਖੇਡਣ ਦਾ ਸ਼ੌਂਕ ਹੈਗਾ? ਕ੍ਰਿਕਟ ਖੇਡਦੇ ਜਾਂ ਕਿਹੜੀ ਗੇਮ ਖੇਡਦੇ ਹੋ? ਫੁੱਟਬਾਲ ਖੇਡਦੇ ਹਾਂ। ਅੱਛਾ। ਹੋਰ ਗਾਉਣ ਵਜਾਉਣ ਦਾ, ਸਿੱਖਣ ਦਾ, ਕੁਛ ਇੱਦਾਂ ਦਾ? ਘੁੰਮਣ ਫਿਰਨ ਦਾ ਸ਼ੌਂਕ। ਅੱਛਾ। ਭਾਅ ਜੀ ਜਿਵੇਂ ਹੁਣ ਮੈਮ ਜਿਵੇਂ ਗੁਰਸ਼ਾਨ ਨੇ ਤਾਂ ਇਹ ਇੱਕ ਜਿਹੜਾ ਚੈਲੰਜ ਸੀਗਾ ਉਹਨੂੰ ਅਸੈਪਟ ਕਰਕੇ ਤੁਸੀਂ ਵੀ ਅਸੈਪਟ ਕੀਤਾ, ਪਰ ਬਹੁਤ ਸਾਰੇ ਪਰਿਵਾਰ ਇੱਦਾਂ ਦੇ ਨੇ, ਕਈ ਵਾਰ ਜੇ ਕੁਦਰਤੀ ਕੋਈ ਘਾਟਾ ਹੁੰਦਾ ਵੀ ਹੈ ਤਾਂ ਆਪਾਂ ਮਨ ਡੋਲ ਜਾਂਦਾ। ਤੁਸੀਂ ਬਤੌਰ ਮਾਂ ਗੁਰਸ਼ਾਨ ਨੂੰ ਜਨਮ ਦਿੱਤਾ, ਦੇਖਿਆ ਸਾਰਾ ਕੁਛ ਹੈ ਨਾ, ਇਹਨਾਂ ਨੂੰ ਪਾਲਿਆ ਪੋਸਿਆ ਤੱਕ ਲਿਆਂਦਾ, ਵੱਡੇ ਚੈਲੰਜ ਵੀ ਅਸੈਪਟ ਕੀਤੇ, ਮਨ ਟੁੱਟਿਆ ਪਰ ਤਾਂ ਵੀ ਉੱਠ ਕੇ ਖੜ੍ਹ ਕੇ ਫਿਰ ਦੌੜ ਕੇ ਅੱਜ ਦੁਨੀਆ ਤੋਂ ਅੱਗੇ ਲੰਘ ਗਏ ਹੋ। ਇਸ ਚੀਜ਼ ਨੂੰ ਦੇਖਿਆ ਜਾਵੇ, ਫਿਰ ਮਨ ਡੂਲ ਜਾਂਦੇ ਨੇ, ਦੁਖੀ ਹੋ ਜਾਂਦੇ ਨੇ, ਜੇ ਕੋਈ ਜ਼ਿੰਦਗੀ ਵਿੱਚ ਕੋਈ ਕਮੀ ਆ ਜਾਂਦੀ, ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ? ਨਹੀਂ, ਬੰਦੇ ਨੂੰ ਹਿੰਮਤ ਰੱਖਣੀ ਚਾਹੀਦੀ ਹੈ, ਬਾਬਾ ਜੀ ਆਪੇ ਨਾਲ ਨਾਲ ਚੱਲਦੇ ਆ, ਬਸ ਹੌਲੀ ਹੌਲੀ ਆਪੇ ਸੈਟਿੰਗ ਹੋ ਜਾਂਦੀ। ਇੱਕ ਵਾਰੀ ਮੁਸ਼ਕਲ ਤਾਂ ਲੱਗਦੀ ਹਰ ਕੰਮ ਦੀ, ਪਰ ਜੇ ਆਪਣਾ ਸਹੀ ਢੰਗ ਨਾਲ ਹੌਲੀ ਹੌਲੀ ਚੱਲੀ ਜਾਓ, ਬਾਬਾ ਜੀ ਆਪੇ ਮਿਹਰ ਕਰਦੇ ਆ। ਸਾਰਿਆਂ ਨੂੰ ਇਹੀ ਹੈ ਕਿ ਘਬਰਾਉਣਾ ਨਹੀਂ ਚਾਹੀਦਾ, ਬਸ ਠੀਕ ਹੈ, ਜੋ ਦਿੱਤਾ ਵਾਹਿਗੁਰੂ ਨੇ ਬਹੁਤ ਵਧੀਆ ਕੀਤਾ, ਕੋਈ ਗੱਲ ਨਹੀਂ। ਗੁਰਸ਼ਾਨ ਦੇ ਦੋਸਤ ਵੀ ਨੇ, ਉਹਨਾਂ ਦੇ ਵੀ ਅੱਗੇ ਦਸਤਾਰ ਗੁਰਸ਼ਾਨ ਦੇ ਵੱਲੋਂ ਸਜਾਈ ਗਈ ਹੈ, ਬ੍ਰਦਰ ਨੇ। ਅੱਛਾ ਵੀਰੇ, ਫਿਰ ਦਸਤਾਰ ਫਿਰ ਵੀਰੇ ਤੋਂ ਸਜਾ ਕੇ ਜਾਂਦੇ ਰੋਜ਼? ਨਹੀਂ ਇੱਦਾਂ ਤਾਂ ਹੁਣ ਮੈਂ ਮਤਲਬ ਪਹਿਲੇ ਨਹੀਂ ਮੈਂ ਬੰਦਾ ਸੀਗਾ, ਜਦੋਂ ਮੈਂ ਦੇਖਿਆ ਕਿ ਇਹ ਵੀ ਬੰਦਾ ਹਨ। ਅੱਛਾ। ਅਤੇ ਫਿਰ ਮੈਂ ਕਿਹਾ ਹੁਣ ਮੈਂ ਵੀ ਸ਼ੁਰੂ ਕਰ ਹੀ ਦਾਂ। ਅੱਛਾ, ਪਹਿਲਾਂ ਤੁਸੀਂ ਆਪ ਦਸਤਾਰ ਨਹੀਂ ਸੀ ਸਜਾਉਂਦੇ, ਜਦੋਂ ਬ੍ਰਦਰ ਨੂੰ ਦੇਖਿਆ ਫਿਰ ਸ਼ੁਰੂ ਕਰਤੀ? ਹਾਂਜੀ। ਫਿਰ ਮੈਂ ਹੁਣ ਆਪ ਬੰਦਾ ਵਾਂ। ਸਿੱਖੀ ਵੀ ਫਿਰ ਵੀਰੇ ਤੋਂ ਹੀ ਆ? ਹਾਂਜੀ, ਮੇਰੇ ਤਾਇਆ ਜੀ ਵੀ ਸਿਖਾਉਂਦੇ ਨੇ, ਅਤੇ ਮੈਂ ਵਿੱਚ ਆਪਣੇ ਤਾਇਆ ਜੀ ਕੋ, ਵੱਡੇ ਭਰਾ ਕੋ, ਸਾਰਿਆਂ ਕੋ, ਜਿੱਦਾਂ ਪਾਪਾ ਕੋ ਦੇਖ ਲਿਆ, ਫੁੱਫੂ ਕੋ ਦੇਖ ਲਿਆ, ਅਤੇ ਇੱਦਾਂ ਬੰਦੇ ਮੈਂ ਵੀ ਚੱਲ ਮੈਂ ਕਿਹਾ ਟਰਾਈ ਕਰਦਾ ਹਾਂ। ਅੱਛਾ, ਬ੍ਰਦਰ ਦੀ ਪੱਗ ਬੰਨੀ ਪਸੰਦ ਆ ਜਾਂਦੀ ਹੈ ਫਿਰ ਜਦੋਂ ਕਿਤੇ ਪੇ ਚੜ ਜਾਂਦਾ, ਜਦੋਂ ਆਖਰੀ ਲੜ ਨਹੀਂ ਲੱਗਦਾ, ਫਿਰ ਆਉਂਦੇ ਫਿਰ ਇੱਧਰ ਹੈਲਪ ਲੈਣ?
ਖਾਣਾ ਹੀ ਪੈਂਦਾ ਹੈ। ਕਦੀ ਐਂ ਤਾਂ ਨਹੀਂ ਹੋਈ ਵੀ ਆਪਣੀ ਤੇ ਵਧੀਆ ਬੰਨ ਲੈ ਤਾਂ ਮੇਰੀ ਪੱਗ ਦੇ ਵਿੱਚ ਕੋਈ ਐਵੇਂ ਕੋਈ ਪੇਚ ਖਰਾਬ ਕਰ ਦੂ? ਨਹੀਂ ਨਹੀਂ, ਇੱਦਾਂ ਭਰਾ ਵਾ, ਦੁਸ਼ਮਣ ਥੋੜੀ ਹੈ। ਆਪਸੀ ਫਿਰ ਦੋਸਤ ਦੋਨੇ ਬ੍ਰਦਰ ਫਿਰ ਇਕੱਠੇ ਰਹਿੰਦੇ ਹੋ? ਹਾਂਜੀ ਇਕੱਠੇ, ਜਿੱਦਾਂ ਕਈ ਵਾਰ ਘੁੰਮਣ ਫਿਰਨ ਜਾਣਾ ਇਕੱਠੇ ਚੱਲ ਜਾਂਦੇ। ਅੱਛਾ, ਇੱਕ ਜਿਵੇਂ ਆਪਾਂ ਦੇਖਦੇ ਹਾਂ ਰੁਝਾਨ ਕਟਿੰਗ ਦੇ ਵੱਲ ਵੱਧ ਰਿਹਾ, ਲੋਕ ਦਸਤਾਰ, ਹਾਲਾਂਕਿ ਫਰਕ ਪੈ ਗਿਆ ਇਸ ਚੀਜ਼ ਨੂੰ, ਲੋਕ ਇਸ ਚੀਜ਼ ਨੂੰ ਪਿਆਰ ਕਰਨ ਲੱਗ ਪਏ ਨੇ, ਵਾਪਸੀ ਹੋਈ ਹੈ ਨੌਜਵਾਨਾਂ ਦੀ ਵੀ ਦਸਤਾਰ ਨੂੰ ਲੈ ਕੇ। ਸਿੰਗਰਸ ਦਾ ਯੋਗਦਾਨ ਮੰਨਦੇ ਹੋ, ਕਲਾਕਾਰਾਂ ਦਾ? ਤੁਸੀਂ ਕਿਹੜੇ ਕਲਾਕਾਰ ਨੂੰ ਫੋਲੋ ਕਰਦੇ ਹੋ ਜੇ ਆਪਾਂ ਦਸਤਾਰ ਵਾਲੇ ਸਿੰਗਰ ਦੇਖੀਏ ਤਾਂ? ਰਣਜੀਤ ਬਾਵਾ ਜੀ ਨੂੰ। ਅੱਛਾ, ਕਦੀ ਫਿਰ ਉਹਨਾਂ ਤੱਕ ਮੈਸੇਜ ਮੂਸੇਜ ਕੀਤਾ ਫੇਸਬੁੱਕ ਤੇ, ਉਹਦੇ ਤੇ, ਇੰਸਟਾਗ੍ਰਾਮ ਤੇ? ਹਾਂਜੀ ਉੱਦਾਂ ਉਹਨਾਂ ਨੂੰ ਮੈਂ 3 ਵਾਰੀ ਮਿਲ ਚੁੱਕਾ ਹਾਂ। ਹਾਂ। ਉਹ 3 ਵਾਰੀ ਛੋਟਾ ਸੀਗਾ ਉਦੋਂ ਮੈਂ, ਉਦੋਂ ਮਿਲ ਚੁੱਕਾ, ਪਰ ਹੁਣ ਨਹੀਂ ਮਿਲਿਆ। ਹੁਣ ਜਦੋਂ ਕਿਤੇ ਆਇਆ ਉਦੋਂ ਮਿਲਣਾ। ਗੱਲ ਕੋਈ ਯਾਦ ਹੈ ਬਾਬੇ ਵੱਲੋਂ ਕਹੀ ਹੋਈ? ਨਹੀਂ, ਉਦੋਂ ਤਾਂ ਮੈਂ ਬਹੁਤ ਛੋਟਾ ਸੀਗਾ, ਉਦੋਂ ਮੈਂ ਦਸਤਾਰ ਹੀ ਬਣ ਕੇ ਗਿਆ ਸੀਗਾ ਉਦੋਂ ਤਾਂ। ਅੱਛਾ ਅੱਛਾ, ਤਾਂ ਫਿਰ ਉਹ ਲੱਗਦਾ ਵੀ ਉਹ ਜੋ ਹੁਣ ਜਿਹੜੇ ਕਲਾਕਾਰ ਦਸਤਾਰਾਂ ਵਾਲੇ ਆਏ ਨੇ ਉਹਨਾਂ ਨੇ ਵੀ ਬਹੁਤ ਸਾਰਾ ਕਰੇਜ਼ ਨੌਜਵਾਨਾਂ ਦੇ ਵਿੱਚ ਵਧਾ ਦਿੱਤਾ, ਵੀ ਜਿਵੇਂ ਉਹ ਦਸਤਾਰ ਸਜਾਉਂਦੇ ਨੇ ਆਪਾਂ ਫੋਲੋ ਕਰਦੇ ਉਸ ਚੀਜ਼ ਨੂੰ ਕਰਨ ਲੱਗ ਪਏ। ਵੱਡਾ ਯੋਗਦਾਨ ਮੰਨਦੇ ਹੋ ਕਲਾਕਾਰਾਂ ਦਾ? ਹਾਂਜੀ ਬਹੁਤ ਮੰਨਦੇ, ਜਿੱਦਾਂ ਬਹੁਤ ਹੈਗੇ ਆ ਲੋਕ ਜਿਹੜੇ ਕਹਿੰਦੇ ਆ ਕਿ ਅੱਜ ਇਹਦੇ ਵਰਗੀ ਦਸਤਾਰ। ਮੈਂ ਵੀ ਇੱਦਾਂ ਕਰਦਾ ਹੁੰਦਾ ਕਈ ਵਾਰੀ, ਜਿੱਦਾਂ ਕਈ ਵਾਰੀ ਕਹਿ ਦਿੰਦਾ ਮੈਂ ਤਰਸੇਮ ਜੱਸਰ ਵਰਗੀ ਪੱਗ ਇੱਦਾਂ ਬਣਨ ਦੀ ਕੋਸ਼ਿਸ਼ ਕਰਦਾ ਵਾਂ, ਕਈ ਵਾਰੀ ਰਣਜੀਤ ਬਾਵਾ ਵਰਗੀ ਪੱਗ ਕਈ ਵਾਰੀ ਆ ਜਾਂਦੀ, ਕਈ ਵਾਰੀ ਨਹੀਂ ਹੋ ਜਾਂਦੀ, ਨਹੀਂ ਸ਼ੇਪ ਬਣਦੀ। ਤਾਂ ਫਿਰ ਅੱਗੇ ਹੁਣ ਪੜ੍ਹ ਕੇ ਬਣਨਾ ਕੀ ਚਾਹੁੰਦੇ ਹੋ ਜ਼ਿੰਦਗੀ ਦੇ ਵਿੱਚ? ਇੱਕ ਟੀਚਾ ਮਿਥਿਆ ਹੋਊਗਾ, ਕੋਈ ਲਾਈਨ ਤਾਂ ਰੱਖੀ ਹੋਊਗੀ ਨਾ, ਮੈਂ ਪੜ੍ਹ ਕੇ ਵੀ +2 ਕਰਨੀ ਹੈ, BA ਕਰਨੀ ਹੈ, ਕਿ BSc ਕਰਨੀ ਹੈ, MSc ਕਰਨੀ ਹੈ, ਕੁਛ ਹੈ ਪਲਾਨ ਇੱਦਾਂ ਦਾ? ਹਜੇ 10th ਕਲੀਅਰ ਹੁਣ ਹਜੇ ਹੁਣ ਹੋਇਆ ਨਾ, ਸਟਾਰਟਿੰਗ ਹੋਈ ਹਜੇ। ਅੱਛਾ, 9th 'ਚੋਂ ਕਿੰਨੇ ਨੰਬਰ ਸੀਗੇ? 9th 'ਚੋਂ 75% ਆਏ। ਅੱਛਾ, ਐਂ ਤਾਂ ਨਹੀਂ ਕਿਤੇ ਵੀ ਸਾਰਾ ਟਾਈਮ ਇੱਧਰ ਦਸਤਾਰ ਨੂੰ ਆਪਾਂ ਦੇ ਕੇ ਉੱਧਰ ਪੜ੍ਹਾਈ ਵਾਲਾ ਕੰਮ ਛੱਡ ਦਿੰਦੇ ਹੋ? ਨਹੀਂ 75% ਆਏ ਸੀ ਉਹਦੇ 'ਚ। ਅੱਗੇ ਬਰਕਰਾਰ ਹੋਊ ਐ ਪੜ੍ਹਾਈ? ਹਾਂਜੀ ਹਾਂਜੀ। ਗੱਲਬਾਤ ਕਰਨ ਲਈ ਧੰਨਵਾਦ, ਤੁਹਾਡਾ ਵੀ ਧੰਨਵਾਦ ਜੀ ਵੀਰੇ, ਤੁਹਾਡਾ ਵੀ ਧੰਨਵਾਦ। ਤਾਂ ਇਹ ਗੁਰਸ਼ਾਨ ਸਿੰਘ ਹੈ ਜਿਸ ਨੂੰ ਦਸਤਾਰ ਨੇ ਅਜਿਹਾ ਮਾਣ ਬਖਸ਼ਿਆ ਕਿ ਅੱਜ ਲੋਕ ਉਸ ਤੋਂ ਦਸਤਾਰਾਂ ਸਜਵਾਉਣ ਦੇ ਲਈ ਆਉਂਦੇ ਨੇ। ਵੱਡੇ ਵੱਡੇ ਕੰਪੀਟੀਸ਼ਨਸ ਦੇ ਉੱਤੇ ਜਾਂਦਾ ਹੈ ਤਾਂ ਉੱਥੋਂ ਵੀ ਇਨਾਮ ਜਿੱਤ ਕੇ ਲਿਆਉਂਦਾ ਹੈ, ਲੋਕ ਉੱਥੇ ਵੀ ਦੇਖਦੇ ਹੀ ਰਹਿ ਜਾਂਦੇ ਨੇ। ਤਾਂ ਇਹ ਮਾਣ ਅਤੇ ਸਤਿਕਾਰ ਜੇ ਗੁਰਸ਼ਾਨ ਨੂੰ ਅੱਜ ਮਿਲਿਆ ਤਾਂ ਮੈਨੂੰ ਲੱਗਦਾ ਉਹ ਦਸਤਾਰ ਦੇ ਥਰੂ ਹੀ ਮਿਲਿਆ। ਤਾਂ ਆਪਾਂ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਹੜੇ ਦਸਤਾਰ ਸਜਾ ਸਕਦੇ ਨੇ, ਕਿਉਂਕਿ ਹਰ ਧਰਮ, ਹਰ ਮਜ਼ਹਬ, ਹਰ ਇਨਸਾਨ ਦੀ ਸੋਚ ਅਲੱਗ ਹੈ, ਚੰਗੀ ਹੈ, ਮਾੜੀ ਹੈ, ਜਿਸ ਤਰੀਕੇ ਦੀ ਵੀ ਹੈਗੀ ਹੈ। ਤਾਂ ਪਰ ਜੇਕਰ ਆਪਾਂ ਦਸਤਾਰਾਂ ਸਜਾਉਣਾ ਚਾਹੁੰਦੇ ਹੋ ਪਰ ਆਪਾਂ ਕਈ ਵਾਰ ਇਸ ਗੱਲ ਤੋਂ ਘਬਰਾ ਜਾਂਦੇ ਹਾਂ ਵੀ ਮੈਂ ਸਜਾਊਂਗਾ ਕਿਵੇਂ, ਤਾਂ ਗੁਰਸ਼ਾਨ ਤੋਂ ਆਪਾਂ ਸਿੱਖਿਆ ਲੈ ਸਕਦੇ ਹਾਂ, ਇੱਕ ਹਿੰਮਤ ਲੈ ਸਕਦੇ ਹਾਂ। ਸਿਰਫ ਦਸਤਾਰ ਤੱਕ ਹੀ ਇਹ ਹਿੰਮਤ ਸੀਮਤ ਨਹੀਂ ਹੈ। ਤੁਸੀਂ ਜ਼ਿੰਦਗੀ ਦੇ ਵਿੱਚ ਕਦੇ ਵੀ ਤੁਹਾਡਾ ਹੌਸਲਾ ਡੋਲਦਾ ਹੋਵੇ ਤਾਂ ਮੈਨੂੰ ਲੱਗਦਾ ਵੀ ਗੁਰਸ਼ਾਨ ਵਰਗੇ ਬਹੁਤ ਸਾਰੇ ਨੌਜਵਾਨ ਬਜ਼ੁਰਗ ਵੀ ਇੱਦਾਂ ਦੇ ਨੇ, ਭੈਣਾਂ ਵੀ ਇੱਦਾਂ ਦੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਸਾਡੇ ਹੌਸਲੇ ਬੁਲੰਦ ਹੋ ਜਾਂਦੇ ਨੇ। ਤਾਂ ਅਜਿਹੇ ਨੌਜਵਾਨਾਂ ਨੂੰ ਜਿੱਥੇ ਖੁਦ ਨੂੰ ਹੌਸਲਾ ਅਫਜ਼ਾਈ ਦੀ ਲੋੜ ਹੈ ਤਾਂ ਉੱਥੇ ਹੀ ਸਾਨੂੰ ਵੀ ਆਪਣੇ ਡੋਲੇ ਹੋਏ ਹੌਸਲੇ ਨੂੰ ਕਾਇਮ ਕਰਨ ਦੇ ਲਈ, ਆਪਣੇ ਵਿੱਚ ਹਿੰਮਤ ਭਰਨ ਦੇ ਲਈ ਗੁਰਸ਼ਾਨ ਵਰਗੇ ਨੌਜਵਾਨਾਂ ਨੂੰ ਦੇਖਣ ਦੀ ਲੋੜ ਹੈ, ਇਹਨਾਂ ਨੂੰ ਸੁਣਨ ਦੀ ਲੋੜ ਹੈ। ਤਾਂ ਇਹ ਇੱਕ ਵੱਡੀ ਮਿਸਾਲ ਹੈ ਸਾਡੇ ਵਰਗੇ ਲੋਕਾਂ ਦੇ ਲਈ ਜੋ ਜ਼ਿੰਦਗੀ ਦੇ ਵਿੱਚ ਕਈ ਵਾਰ ਨਿਰਾਸ਼ ਹੋ ਜਾਂਦੇ ਨੇ। ਤਾਂ ਨਿਰਾਸ਼ਾ ਤੋਂ ਬਾਅਦ ਮਿਹਨਤ, ਅਤੇ ਮਿਹਨਤ ਤੋਂ ਬਾਅਦ ਜੋ ਫਲ ਮਿਲਦਾ ਹੈ ਉਹ ਬਦਸਤੂਰ ਤੁਹਾਡੇ ਸਾਹਮਣੇ ਹੈ। ਜੇ ਅੱਜ ਕੱਲ੍ਹ ਗੁਰਸ਼ਾਨ ਨੂੰ ਲੋਕ ਜਾਣਦੇ ਨੇ ਤਾਂ ਇਸ ਸੁੰਦਰ ਦਸਤਾਰ ਕਰਕੇ ਜਾਣਦੇ ਨੇ। ਪਰਮਾਤਮਾ ਨੇ ਬੇਸ਼ੱਕ ਇੱਕ ਹੱਥ ਨਹੀਂ ਦਿੱਤਾ ਪਰ ਉਸ ਦੇ ਬਾਵਜੂਦ ਗੁਰਸ਼ਾਨ ਦੇ ਇੱਕ ਹੱਥ ਵਿੱਚ ਅਜਿਹੀ ਕਲਾ ਭਰ ਦਿੱਤੀ ਕਿ ਅੱਜ ਲੋਕ ਉਸ ਦੇ دیਵਾਨੇ ਨੇ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਜਲੰਧਰ।